ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਸਾਨੂੰ ਦੇਖ ਸੁਣ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਪਾਕਿਸਤਾਨ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਉਹਦੇ ਨਤੀਜਿਆਂ ਬਾਰੇ ਤੇ ਉਹਦੇ ਜਿਹੜੇ ਪ੍ਰਭਾਵ ਪੈ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਊਥ ਏਸ਼ੀਅਨ ਪੋਲਿਟਿਕਸ ਦੇ ਉੱਪਰ ਤੇ ਖਾਸ ਤੌਰ ਤੇ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨਸ ਤੇ ਸਿੱਖਾਂ ਦੇ ਜਿਹੜੇ ਰਿਲੇਸ਼ਨ ਹੈਗੇ ਆ ਪਾਕਿਸਤਾਨ ਦੇ ਨਾਲ ਕੀ ਪ੍ਰਭਾਵ ਪੈ ਸਕਦੇ ਆ, ਇਸ ਦੇ ਉੱਪਰ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਜਦੋਂ ਅਸੀਂ ਚੋਣਾਂ ਦੀ ਗੱਲ ਕਰਦੇ ਹਾਂ ਤਾਂ ਇਸ ਵਕਤ ਪਾਕਿਸਤਾਨ ਤਹਿਰੀਕੇ ਇਨਸਾਫ ਜਿਹੜੀ ਕਿ ਜਿਹਨੇ ਇਮਰਾਨ ਖਾਨ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਸੀ, ਉਹ ਇੱਕ ਵੱਡੀ ਪਾਰਟੀ ਦੇ ਵਜੋਂ ਇਮਰਜ ਹੋਈ ਹੈ ਚੋਣ ਨਤੀਜਿਆਂ ਦੇ ਵਿੱਚ। ਤੇ ਇਮਰਾਨ ਖਾਨ ਵੱਲੋਂ ਜਿੱਥੇ ਸਹੁੰ ਚੁੱਕਣ ਤੋਂ ਪਹਿਲਾਂ ਉਹਨਾਂ ਵੱਲੋਂ ਐਡਰੈਸ ਵੀ ਕੀਤਾ ਗਿਆ, ਉੱਥੇ ਉਹਨਾਂ ਨੇ ਭਾਰਤ ਦੇ ਨਾਲ ਜਿਹੜੇ ਦੁਵੱਲੇ ਰਿਲੇਸ਼ਨ ਹੈਗੇ ਆ ਪਾਕਿਸਤਾਨ ਦੇ ਉਹਨਾਂ ਨੂੰ ਸੁਧਾਰਨ ਦੀ ਗੱਲ ਕੀਤੀ ਹੈ। ਉਹਦੇ ਵਿੱਚ ਕਸ਼ਮੀਰ ਦਾ ਜਿਹੜਾ ਇਸ਼ੂ ਹੈਗਾ ਉਹਨੂੰ ਬਹੁਤ ਅਹਿਮ ਦੱਸਿਆ। ਪਰ ਇੱਕ ਖਾਸ ਗੱਲ ਹੈ ਕਿ ਉਹਨਾਂ ਨੇ ਸੁਧਾਰਨ ਦੀ ਜਿਹੜੀ ਗੱਲ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਭਾਰਤ ਸਾਡੇ ਵੱਲ ਇੱਕ ਕਦਮ ਅੱਗੇ ਵਧਾਉਂਦਾ ਤਾਂ ਅਸੀਂ 2 ਕਦਮ ਅੱਗੇ ਵਧਾਵਾਂਗੇ। ਪਰ ਭਾਰਤ ਦੇ ਜਿਹੜੇ ਮਾਹਰ ਹੈਗੇ ਆ ਉਹਨਾਂ ਵੱਲੋਂ ਇਸ ਗੱਲ ਨੂੰ ਨਕਾਰਿਆ ਗਿਆ। ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਜਿਹੜੀ ਪਾਕਿਸਤਾਨ ਦੀ ਫੌਜ ਹੈਗੀ ਹੈ ਉਹਨੇ ਬੈਕ ਕੀਤਾ ਇਮਰਾਨ ਖਾਨ ਨੂੰ ਇਸ ਸਾਰੇ ਪਾਰਟ ਦੇ ਵਿੱਚ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਵਿੱਚ ਕੋਈ ਬਦਲਾਅ ਆਉਣ ਦੀ ਉਮੀਦ ਨਹੀਂ ਨਜ਼ਰ ਆਉਂਦੀ। ਸੋ ਇਸ ਸਾਰੇ ਦੇ ਉੱਪਰ ਕੀ ਹੋ ਸਕਦਾ ਜਾਂ ਅੱਜ ਦੀ ਡੇਟ ਦੇ ਵਿੱਚ ਕੀ ਹੈਗਾ, ਇਹਦੇ ਤੇ ਵਿਚਾਰ ਚਰਚਾ ਦੇ ਲਈ ਸਾਡੇ ਨਾਲ UK ਤੋਂ ਉੱਗੇ ਹਿਸਟੋਰੀਅਨ ਤੇ ਐਨਾਲਿਸਟ ਡਾਕਟਰ ਇਕਤਦਾਰ ਕਰਾਮਤ ਚੀਮਾ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਇਸ਼ੂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਵੀਰ ਸਿੰਘ ਜੀ, ਤੁਹਾਨੂੰ ਤੇ ਜਿੰਨੇ ਸਾਰੇ ਸੱਜਣ ਸਾਡੇ ਸਰੋਤੇ ਸੁਣਦੇ ਆ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਮੈਂ ਚੋਣਾਂ ਦੇ ਵਿੱਚ ਜਾਂ ਚੋਣਾਂ ਦੀ ਗੱਲ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਹਿਸਟੋਰੀਕਲ ਬੈਕਗਰਾਊਂਡ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਪਾਕਿਸਤਾਨ ਦਾ, ਪਾਕਿਸਤਾਨ ਦੀ ਹਿਸਟਰੀ ਦਾ। ਜਦੋਂ ਤੋਂ ਕਾਇਦੇ ਆਜ਼ਮ ਵੱਲੋਂ ਪਾਕਿਸਤਾਨ ਦੀ ਸਿਰਜਣਾ ਕੀਤੀ ਗਈ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵੱਲੋਂ ਉਹਨਾਂ ਦਾ ਇੱਕ ਵਿਜ਼ਨ ਸੀ ਪਾਕਿਸਤਾਨ ਦੇ ਲਈ। ਇਹ ਸਵਾਲ ਮੇਰਾ ਤਾਂ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਜਦੋਂ ਅਸੀਂ ਸਿੱਖਾਂ ਦੇ ਆਜ਼ਾਦ ਹੋਮਲੈਂਡ ਜਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤਾਂ ਉਹਦੀ ਵੀ ਇੱਕ ਐਗਜ਼ੈਂਪਲ ਦੇ ਵਜੋਂ ਜਾਂ ਇੱਕ ਰੋਲ ਮਾਡਲ ਦੇ ਵਜੋਂ ਪਾਕਿਸਤਾਨ ਸਾਡੇ ਸਾਹਮਣੇ ਹੈਗਾ। ਤੇ ਜਦੋਂ ਜੇ ਪਾਕਿਸਤਾਨ ਉੱਭਰ ਕੇ ਸਾਹਮਣੇ ਆਉਂਦਾ ਜਾਂ ਇਹ ਕਹਿ ਲਓ ਕਿ ਪਾਕਿਸਤਾਨ ਇੱਕ ਸਫਲ ਕੰਟਰੀ ਦੇ ਵਜੋਂ ਦੁਨੀਆ ਦੇ ਨਕਸ਼ੇ ਦੇ ਉੱਪਰ ਉੱਭਰ ਕੇ ਸਾਹਮਣੇ ਆਉਂਦਾ ਹੈ ਤਾਂ ਸਾਡੇ ਸਾਹਮਣੇ ਇੱਕ ਐਗਜ਼ੈਂਪਲ ਬਣਦੀ ਹੈ। ਸੋ ਉਸ ਲਿਹਾਜ਼ ਨਾਲ ਤੁਸੀਂ ਕੀ ਦੇਖਦੇ ਹੋ, ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ, ਕਿਵੇਂ ਐਨਾਲਾਈਜ਼ ਕਰਦੇ ਹੋ? ਅਮਰਵੀਰ ਸਿੰਘ ਜੀ, ਤੁਸੀਂ ਕਾਇਦੇ ਆਜ਼ਮ ਦੀ ਗੱਲ ਕੀਤੀ ਹੈ। ਜਦੋਂ ਉਹਨਾਂ ਨੇ ਪਾਕਿਸਤਾਨ ਬਣਾਇਆ ਤੇ ਉਹਨਾਂ ਦੀ ਬੜੀ ਹਿਸਟੋਰਿਕ ਸਪੀਚ ਹੈ ਜਿਹੜੀ ਉਹਨਾਂ ਨੇ 11 ਅਗਸਤ 1947 ਨੂੰ ਕੌਂਸਟੀਟਿਊਐਂਟ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਦਿੱਤੀ ਸੀ। ਉਹ ਮੇਰੀ ਕਿਤਾਬ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਗਵਰਨਰ ਜਨਰਲ ਆਫ ਪਾਕਿਸਤਾਨ ਜਿਹੜੀ ਪੰਜਾਬ ਯੂਨੀਵਰਸਿਟੀ ਨੇ ਛਾਪੀ ਸੀ 10 ਸਾਲ ਪਹਿਲੇ, ਉਹਦੇ ਲਿਖੀ ਸੀਗੀ। ਉਹ ਅਸਲ 'ਚ ਉਹਨਾਂ ਦੀ 11 ਅਗਸਤ ਜਿਹੜੀ ਸਪੀਚ ਹੈ ਕੌਂਸਟੀਟਿਊਐਂਟ ਅਸੈਂਬਲੀ ਨੂੰ, ਉਹ ਪਾਕਿਸਤਾਨ ਦਾ ਇੱਕ ਖਾਕਾ ਉਹਦੇ 'ਚ ਉਹਨਾਂ ਦਿੱਤਾ। ਔਰ ਬਾਅਦ ਜਿਹੜੀ ਉਹਨਾਂ ਦੀਆਂ ਸਬਸੀਕੁਐਂਟ ਸਪੀਚਿਸ ਨੇ ਮੈਂ ਉਹਦੇ ਦਿੱਤੀਆਂ ਨੇ। ਕਾਇਦੇ ਆਜ਼ਮ ਇੱਕ ਮੁਸਲਿਮ ਵੈਲਫੇਅਰ ਸਟੇਟ ਦੇ ਆਗੂ ਬਣ ਕੇ ਮੁਸਲਮਾਨਾਂ ਸਾਹਮਣੇ ਆਏ ਸੀ। ਇਟ ਵਾਜ਼ ਨਾਟ ਅ ਥਿਊਰੋਕਰੈਟ। ਉਹਨਾਂ ਥਿਊਕਰੇਸੀ ਦੀ ਕਦੇ ਹਮਾਇਤ ਨਹੀਂ ਕੀਤੀ। ਕਾਇਦੇ ਆਜ਼ਮ ਮੁੱਲਾ ਨਹੀਂ ਸੀ। ਕਾਇਦੇ ਆਜ਼ਮ ਇੱਕ ਪੋਲੀਟੀਸ਼ੀਅਨ ਸਨ ਜਿਹੜੇ ਮੁਸਲਮਾਨਾਂ ਲਈ ਇੱਕ ਇਹੋ ਜਿਹੀ ਰਿਆਸਤ ਚਾਹੁੰਦੇ ਸਨ ਜਿੱਥੇ ਉਹ ਆਪਣੀ ਜ਼ਿੰਦਗੀ ਇੱਜ਼ਤ ਦੇ ਨਾਲ ਇੱਕ ਗੁਜ਼ਾਰ ਸਕਣ। ਉਹਨਾਂ ਦੀ ਇੱਕ ਬੜੀ ਮਸ਼ਹੂਰ ਸਟੇਟਮੈਂਟ ਹੈ ਕਿ ਵੀ ਵਾਂਟ ਅ ਸਟੇਟ ਵੇਅਰ ਮੁਸਲਿਮਸ ਕੈਨ ਲਿਵ ਦੇਅਰ ਲਾਈਫ ਅਕੋਰਡਿੰਗ ਟੂ ਦੇਅਰ ਰਿਲੀਜਨ with economic prosperity and we are not creating this as a theocratic state। ਤੇ ਇਹ ਜਿਹੜੀ ਹੈ ਪਾਕਿਸਤਾਨ ਦੀ ਅਸਲ ਹੋਂਦ ਸੀ ਕਿ ਇੱਕ ਮਾਡਰਨ ਇਸਲਾਮਿਕ ਸਟੇਟ ਜਿਸ 'ਚ ਮੁਸਲਮਾਨ ਆਪਣੀ ਸਾਰੀਆਂ ਆਜ਼ਾਦੀਆਂ ਨੂੰ ਵਰਤਦੇ ਹਨ ਔਰ ਦੂਸਰੀਆਂ ਜਿੰਨੀਆਂ ਮਾਈਨੋਰਟੀਜ਼ ਨੇ ਉਹਨਾਂ ਦੀਆਂ ਆਜ਼ਾਦੀਆਂ ਦਾ ਖਿਆਲ ਰੱਖਦੇ ਹੋਏ। 11 ਅਗਸਤ ਦੀ ਸਪੀਚ ਹੀ ਕਾਇਦੇ ਆਜ਼ਮ ਨੇ ਕਿਹਾ, ਕਿਉਂਕਿ ਸਿੱਖਾਂ ਦੇ ਕੰਟੈਕਸਟ ਨੂੰ ਖਾਸ ਤੌਰ ਤੇ ਕਹਿਣਾ ਚਾਹਾਂ। 11 ਅਗਸਤ ਦੀ ਸਪੀਚ ਹੀ ਕਿਹਾ ਕਿ ਤੁਸੀਂ ਆਪਣੇ ਅੱਜ ਆਜ਼ਾਦ ਹੋ, ਆਪਣੇ ਮਸਜਿਦਾਂ ਜਾਓ, ਮੰਦਿਰਾਂ ਜਾਓ, ਗੁਰਦੁਆਰਿਆਂ ਜਾਓ। ਪਾਕਿਸਤਾਨ ਦੇ ਵਿੱਚ ਕੋਈ ਵਿਤਕਰਾ ਨਹੀਂ ਹੋਣ ਲੱਗਾ ਕਿਸੇ ਦੇ ਨਾਲ ਵੀ ਧਰਮ ਦੀ ਬੁਨਿਆਦ ਤੇ। ਸੋ ਇਹ ਜਿਨਾਹ ਸਾਹਿਬ ਦਾ ਵਿਜ਼ਨ ਸੀ ਪਾਕਿਸਤਾਨ ਦਾ। ਫਿਰ ਜਿਨਾਹ ਸਾਹਿਬ ਦਾ ਵਿਜ਼ਨ ਜਿਹੜਾ ਉਹਨਾਂ ਸਟੇਟ ਮੈਂ ਆਪਣੀ ਦਿੱਤਾ ਆਪਣੀ ਕਿਤਾਬ 'ਚ, ਸਟੇਟ ਬੈਂਕ ਨੂੰ
ਜਿਸ ਵੇਲੇ ਉਹਨਾਂ ਇਨੋਗਰੇਟ ਕੀਤਾ ਸਟੇਟ ਬੈਂਕ ਆਫ ਪਾਕਿਸਤਾਨ, ਉੱਥੇ ਉਹਨਾਂ ਨੇ ਇੱਕ ਵਿਜ਼ਨ ਦਿੱਤਾ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਦੌਲਤ ਕੁਛ ਹੱਥਾਂ ਤੱਕ ਸਿਮਟੀ ਰਵੇ। ਮੈਂ ਚਾਹੁੰਦਾ ਕਿ ਜਿਹੜਾ ਵੀ ਮੁਲਕ ਦੇ ਵਿੱਚ ਪ੍ਰੋਸਪੈਰਿਟੀ ਹੈ ਜਾਂ ਸਰਮਾਇਆ ਹੈ ਜਾਂ ਦੌਲਤ ਹੈ, ਉਹ ਹਰ ਬੰਦੇ ਤੱਕ ਪਹੁੰਚੇ, ਹਰ ਗਰੀਬ ਆਦਮੀ ਤੱਕ ਪਹੁੰਚੇ। ਤੀਸਰੀ ਚੀਜ਼ ਜਿਹੜੀ ਜਿਨ੍ਹਾਂ ਸਾਹਿਬ ਦਾ ਵਿਜ਼ਨ ਸੀ, ਉਹ ਇਹ ਸੀ ਕਿ ਜਿਹੜੇ ਲੋਕ ਕੌਮ ਦੇ ਲੀਡਰ ਆ, ਉਹ ਅਸਲ 'ਚ ਕੌਮ ਦੀ ਖਿਦਮਤ ਕਰਨ। ਸਿਆਸਤਦਾਨ ਸਿਆਸਤ ਜਿਹੜਾ ਉਹ ਖਿਦਮਤ ਦਾ ਨਾ ਹੋਵੇ, ਨਾ ਕਿ ਲੋਕਾਂ ਤੇ ਰਾਜ ਕਰਨ ਦਾ। ਇਹ ਤੇ ਵੀ ਉਹਨਾਂ ਦੀਆਂ ਮੁਖਤਲਿਫ ਸਪੀਚਿਸ ਜਿਹੜੀਆਂ ਹੈਗੀਆਂ ਮੌਜੂਦ ਨੇ। ਫਿਰ ਉਹ ਚਾਹੁੰਦੇ ਸੀ ਕਿ ਬਿਊਰੋਕ੍ਰੇਸੀ ਜਿਹੜੀ ਹੈ ਉਹ ਆਪਣੇ ਆਪ ਨੂੰ ਲੋਕਾਂ ਦੇ ਲਈ ਅਣਥੱਕ ਮਿਹਨਤ ਕਰੇ ਔਰ ਲੋਕਾਂ ਦੇ ਮਸਲਿਆਂ ਦਾ ਹੱਲ ਕੱਢੇ। ਸੋ ਇਸ ਤਰ੍ਹਾਂ ਫੋਰਨ ਪਾਲਿਸੀ ਵੀ ਸੀ ਕਾਇਦ ਆਜ਼ਮ ਦੀ, ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਹਰ ਕੌਮ ਦੇ ਪੱਖੀ ਅੱਛੇ ਜਜ਼ਬੇ ਰੱਖਦੇ ਹਾਂ, ਔਰ ਪਰ ਅਸੀਂ ਜਿਹੜੇ ਸਾਡੇ ਬੁਨਿਆਦੀ ਜਿਹੜੇ ਅਸੂਲ ਨੇ ਉਹਨਾਂ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ। ਸੋ ਇਹ ਜਿਨ੍ਹਾਂ ਸਾਹਿਬ ਦਾ ਪਾਕਿਸਤਾਨ ਸੀ, ਜਿਹੜਾ ਫਿਰ ਜਿਹਦੀ ਸੂਰਤ ਆਉਣ ਵਾਲੀਆਂ ਬਹੁਤ ਸਾਰੀਆਂ ਹਕੂਮਤਾਂ ਨੇ ਵਿਗਾੜੀ, ਔਰ ਪਾਕਿਸਤਾਨ ਹੌਲੀ ਹੌਲੀ ਜਿਨ੍ਹਾਂ ਸਾਹਿਬ ਦਾ ਜਿਹੜਾ ਪਾਕਿਸਤਾਨ ਸੀ ਉਹ ਤੋਂ ਹਟਦਾ ਗਿਆ। ਉਸੇ ਮੁਲਕ ਦੇ ਵਿੱਚ ਜਿਹੜਾ ਹਕੂਮਤ ਸੀ, ਇਕਤਦਾਰ ਸੀ, ਉਹ ਚੰਦ ਘਰਾਣਿਆਂ ਦੀ ਮਲਕੀਅਤ ਬਣ ਗਿਆ। ਕਦੇ ਉੱਤੇ ਫੌਜੀ ਜਰਨੈਲਾਂ ਨੇ ਚੜਾਈ ਕੀਤੀ, ਕਦੇ ਨਾਲਾਇਕ ਸਿਆਸਤਦਾਨਾਂ ਨੇ ਉਸ ਮੁਲਕ ਤੇ ਚੜਾਈ ਕੀਤੀ। ਮੁਲਕ ਦੋ ਟੁਕੜੇ ਵੀ ਕਰਵਾਇਆ, ਕਿਉਂਕਿ ਜਿਨ੍ਹਾਂ ਬੁਨਿਆਦਾਂ ਤੇ ਮੁਲਕ ਬਣਾਇਆ ਗਿਆ ਸੀ ਉਹ ਸੀ ਕਿ ਲੋਕਾਂ ਦੀ ਭਲਾਈ, ਮੁਸਲਮਾਨਾਂ ਦੀ ਭਲਾਈ। ਅਗਰ ਜਿਨ੍ਹਾਂ ਸਾਹਿਬ ਦੇ ਵਿਜ਼ਨ ਨੂੰ ਤੁਸੀਂ ਦੇਖਣਾ ਹੋਵੇ ਕਿ ਅੱਜ ਅਗਰ ਕਿਸੇ ਜਗ੍ਹਾ ਉਸ ਦਾ ਮਾਡਲ ਹੈ, ਤੇ ਮੈਂ ਸਮਝਦਾ ਕਿ ਅੱਜ ਕੱਲ੍ਹ ਜਿਹੜੀ ਮਲੇਸ਼ੀਆ ਦੀ ਸਟੇਟ ਹੈ, ਇੱਕ ਮਾਡਰਨ ਇਸਲਾਮਿਕ ਸਟੇਟ, ਜਿੱਥੇ ਲੋਕ ਪ੍ਰੋਸਪਰਸ ਵੀ ਨੇ, ਇਸਲਾਮ ਦੇ ਧਰਮ ਨੂੰ ਬਹੁਤ ਚੰਗੀ ਤਰ੍ਹਾਂ ਪ੍ਰੈਕਟਿਸ ਵੀ ਕਰਦੇ ਨੇ, ਉਸ ਦੇ ਬਾਵਜੂਦ ਤਰੱਕੀ ਕਰ ਰਹੇ ਨੇ। ਮੋਰ ਔਰ ਲੈਸ ਉਹੀ ਕਨਸੈਪਟ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਦਾ ਸੀ। ਲੇਕਿਨ ਅਸਾਂ ਅੱਜ ਜਿਹੜਾ ਹੈ ਇੰਨੇ ਸਾਲਾਂ ਬਾਅਦ ਉਹਦੀ ਪਾਕਿਸਤਾਨ ਦੀ ਹਾਲਤ ਬਿਲਕੁਲ ਮੁਖਤਲਿਫ ਕਰ ਦਿੱਤੀ, ਬਿਲਕੁਲ ਪੁੱਠੀ ਜਿਹੜੇ ਕਾਇਦ ਆਜ਼ਮ ਦਾ ਵਿਜ਼ਨ ਸੀ ਉਸ ਤੋਂ ਕਰ ਦਿੱਤੀ, ਜਿੱਥੇ ਕੁਛ ਘਰਾਣੇ ਸਿਆਸਤ ਕਰਦੇ ਰਹੇ, ਔਰ ਸਿਆਸਤ ਜਿਹੜੀ ਹੈ ਉਹ ਕੁਛ ਘਰਾਂ ਤੱਕ, ਔਰ ਕੁਛ ਖਾਨਦਾਨਾਂ ਨੇ ਸਮਝ ਲਿਆ ਕਿ ਸਿਆਸਤ ਕਰਨਾ, ਹਕੂਮਤ ਕਰਨਾ ਉਹਨਾਂ ਦਾ ਹੀ ਹੱਕ ਹੈ ਔਰ ਉਹਨਾਂ ਦੇ ਇਖਤਿਆਰ ਹੈ। ਉਹਨਾਂ ਦੇ ਘਰ ਤੋਂ ਬਾਹਰ ਨਾ ਸਿਆਸਤ ਹੋਣੀ ਚਾਹੀਦੀ ਹੈ, ਨਾ ਹਕੂਮਤ ਹੋਣੀ ਚਾਹੀਦੀ ਹੈ। ਪਾਰਟੀ ਜਿਹੜੀ ਹੈ ਕੁਛ ਵੀ ਨਹੀਂ। ਇੱਕ ਮੈਂ ਗੱਲ ਕਰਦਾ ਜਾਵਾਂ ਕਿ ਜਿਨ੍ਹਾਂ ਸਾਹਿਬ ਦੀ ਜਿਹੜੀ ਗਵਰਨਰ ਜਨਰਲਸ਼ਿਪ ਦਾ ਪੀਰੀਅਡ ਹੈ, ਉਹਦੇ ਸਭ ਤੋਂ ਅੱਛੀ ਗੱਲ ਇਹ ਸੀ ਕਿ ਉਹਨਾਂ ਨੇ ਪਾਰਟੀ ਅਹੁਦੇਦਾਰਾਂ ਨੂੰ ਕਦੇ ਵੀ ਹਕੂਮਤ 'ਚ ਨਹੀਂ ਆਉਣ ਦਿੱਤਾ। ਮੁਸਲਿਮ ਲੀਗ ਦੇ ਜਿਹੜੇ ਲੋਕ ਪਾਰਟੀ ਦਾ ਅਹੁਦਾ ਰੱਖਦੇ ਸੀ, ਉਹਨਾਂ ਨੂੰ ਰਿਜ਼ਾਈਨ, ਜਾਂ ਤਾਂ ਉਹਨਾਂ ਨੂੰ ਵਾਸਤੇ ਅਸੂਲ ਸੀ ਕਿ ਜਾਂ ਪਾਰਟੀ ਦਾ ਅਹੁਦਾ ਰੱਖੋ ਤੇ ਜਾਂ ਤੁਸੀਂ ਕੈਬਨਿਟ 'ਚ ਬੈਠੋ, ਕਿਉਂਕਿ ਉਹਨਾਂ ਨੇ ਕਿਹਾ ਜਿਸ ਵੇਲੇ ਤੁਸੀਂ ਕੈਬਨਿਟ 'ਚ ਆ ਜਾਂਦੇ ਫਿਰ ਤੁਹਾਡੀ ਪਾਰਟੀ ਐਫੀਲੀਏਸ਼ਨ ਉਸ ਤਰ੍ਹਾਂ ਨਹੀਂ ਰਹਿਣੀ ਚਾਹੀਦੀ। ਉਹ ਸਾਰੇ ਪ੍ਰਿੰਸੀਪਲ ਕਿਉਂਕਿ ਪਾਕਿਸਤਾਨ ਨੇ ਛੱਡੇ ਨੇ ਪਿਛਲੇ ਸਮੇਂ 'ਚ। ਸੋ ਅੱਜ ਜਿਹੜੀ ਸੂਰਤ-ਏ-ਹਾਲ ਸਾਨੂੰ ਪਾਕਿਸਤਾਨ ਨਜ਼ਰ ਆਉਂਦੀ ਹੈ, ਉਹ ਬਿਲਕੁਲ ਜਿਨਾਹ ਸਾਹਿਬ ਦੇ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਦੇ ਵਿਜ਼ਨ ਤੋਂ ਹਟੀ ਹੋਈ ਨਜ਼ਰ ਆਈ ਜੀ। ਸੋ ਜਿਹੜੀ ਨਵੀਂ ਹਕੂਮਤ ਬਣੀ ਹੈਗੀ ਹੈ ਇਸ ਵਕਤ, ਜਦੋਂ ਅਸੀਂ ਇਮਰਾਨ ਖਾਨ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਵੀ ਮੈਂਸ਼ਨ ਕਰਦੇ ਹੋ ਕਿ ਲੋਕਾਂ ਨੇ ਵੀ ਉਹ ਕੀਤਾ ਵੀ ਜੀ ਅਸੀਂ ਆ ਵੀ ਜਿਹੜੇ ਹੈਗੇ ਆ ਪਰਖ ਕੇ ਦੇਖ ਲਏ, ਨਵਾਜ਼ ਸ਼ਰੀਫ ਵੀ, ਜ਼ਰਦਾਰੀ ਸਾਹਿਬ ਵੀ, ਭੁੱਟੋ ਸਾਹਿਬ ਵੀ, ਤੇ ਇਹਨਾਂ ਤੋਂ ਬਾਅਦ ਹੁਣ ਇਮਰਾਨ ਖਾਨ ਨੂੰ ਜਿਹੜਾ ਮੌਕਾ ਦਿੱਤਾ ਹੈਗਾ ਪਾਕਿਸਤਾਨ ਦੀ ਆਵਾਮ ਨੇ, ਉਹਨਾਂ ਨੇ ਹਕੂਮਤ ਬਣਾਉਣੀ ਹੈ ਪਾਕਿਸਤਾਨ ਦੇ ਵਿੱਚ। ਕੀ ਸਮਝਦੇ ਹੋ ਜਿਹੜਾ ਉਹਨਾਂ ਦਾ ਪਹਿਲਾ ਐਡਰੈਸ ਵੀ ਹੈਗਾ, ਉਹਨਾਂ ਨੇ ਨੇਸ਼ਨ ਨੂੰ, ਦੁਨੀਆ ਨੂੰ ਐਡਰੈਸ ਕੀਤਾ, ਤੇ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਰਿਸ਼ਤੇ ਸੁਧਾਰਨ ਦੀਆਂ, ਖਾਸ ਤੌਰ 'ਤੇ ਭਾਰਤ ਦੇ ਹਵਾਲੇ ਨਾਲ, ਜਿਹੜੀਆਂ ਕਸ਼ਮੀਰ ਦੇ ਹਵਾਲੇ ਨਾਲ ਗੱਲਾਂ ਕੀਤੀਆਂ ਨੇ, ਵੀ ਉਹ ਉਸ ਵਿਜ਼ਨ ਨੂੰ ਕਿੰਨਾ ਕੁ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਮਲੀ ਜਾਮਾ ਪਹਿਨਾ ਸਕਣਗੇ? ਦੇਖੋ, ਮੈਂ ਜ਼ਿਆਦਾ ਤੌਰ ਤੇ ਸਮਝਦਾ ਹਾਂ ਕਿ ਪਾਕਿਸਤਾਨ ਦੇ ਹਮੇਸ਼ਾ ਜਿਹੜੇ ਵੀ ਪਿਛਲੀ ਪੋਲੀਟੀਕਲ ਲੀਡਰਸ਼ਿਪ ਰਹੀ ਹੈ, ਈਵਨ ਮਿਲਟਰੀ ਲੀਡਰਸ਼ਿਪ ਵੀ ਜਿਹੜੀ ਰਹੀ ਹੈ, ਉਹਦਾ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਮਸਲੇ ਜਿਹੜੇ ਹਨ ਉਸ ਖਿੱਤੇ ਦੇ ਹੱਲ ਹੋਣ, ਇਨਕਲੂਡਿੰਗ ਕਸ਼ਮੀਰ। ਹੁਣ ਆਮ ਤੌਰ ਤੇ ਕਿਹਾ ਜਾਂਦਾ ਹੈ ਭਾਰਤ ਵੱਲੋਂ ਕਿ ਜੀ ਪਾਕਿਸਤਾਨ, ਜਿਹੜਾ ਪ੍ਰੋਪੋਗੈਂਡਾ ਕੀਤਾ ਜਾਂਦਾ ਹੈ ਉਹ ਹੈ ਕਿ ਪਾਕਿਸਤਾਨ ਦੀ ਫੌਜ ਕਸ਼ਮੀਰ ਦੇ ਮਸਲੇ ਦਾ ਹੱਲ ਨਹੀਂ ਚਾਹੁੰਦੀ। ਹਾਲਾਂਕਿ ਮਨਮੋਹਨ ਸਿੰਘ ਦੀ ਆਪਣੀ ਸਟੇਟਮੈਂਟ ਹੈ ਕਿ ਜਦ ਪਰਵੇਜ਼ ਮੁਸ਼ਰਫ ਦੀ ਹਕੂਮਤ ਸੀ, ਜਿਹੜੀ ਇੱਕ ਆਰਮੀ ਜਨਰਲ ਸਨ, ਉਹ ਚੀਫ ਆਫ ਆਰਮੀ ਸਟਾਫ ਸਨ, ਪ੍ਰੈਜ਼ੀਡੈਂਟ ਆਫ ਪਾਕਿਸਤਾਨ ਸਨ, ਉਹਨਾਂ ਦੇ ਜ਼ਮਾਨੇ 'ਚ ਕਸ਼ਮੀਰ ਦਾ ਮਸਲਾ ਹੱਲ ਹੋਣ ਦੇ ਬਹੁਤ ਨੇੜੇ ਪਹੁੰਚ ਗਿਆ ਸੀ। ਸੋ ਪਾਕਿਸਤਾਨ ਨੇ ਪਿਛਲੇ ਸਮੇਂ 'ਚ ਬਹੁਤ ਕੋਸ਼ਿਸ਼ ਕੀਤੀ ਹੈ ਕਿ ਭਾਰਤ ਨਾਲ ਪਾਕਿਸਤਾਨ ਦੇ ਸੰਬੰਧ ਚੰਗੇ ਹੋਣ, ਪਰ ਭਾਰਤ ਦੀ ਹੱਦ ਧਰਮੀ ਹੈ। ਉਹਦੀ ਵਜ੍ਹਾ ਹੈ ਕਿ ਉੱਥੇ ਜਿਹੜੀ ਪਾਰਟੀ ਅਸਲ ਰਾਜ ਕਰ ਰਹੀ ਹੈ, ਉਹਦਾ ਤਾਂ ਸਾਰੇ ਦਾ ਸਾਰਾ ਵੋਟ ਬੈਂਕ ਸਿਰਫ ਪਾਕਿਸਤਾਨ ਦੁਸ਼ਮਣੀ ਦੇ ਉੱਤੇ ਹੈ।
ਉਹਨਾਂ ਨੇ ਜਦੋਂ ਵੀ ਲੋਕਾਂ ਕੋਲ, ਕਿਉਂਕਿ ਭਾਰਤ ਨੂੰ ਐਸੇ ਪਾਕਿਸਤਾਨ ਫੋਬੀਆ ਹੈ, ਪਾਕਿਸਤਾਨ ਨੂੰ ਭਾਰਤ ਫੋਬੀਆ ਨਹੀਂ ਹੈ। ਪਾਕਿਸਤਾਨ ਦੇ ਵਿੱਚ ਲੋਕਾਂ ਦੀ ਅਪਰੋਚ ਬਹੁਤ ਬੈਲੈਂਸ ਹੈ। ਤੁਸੀਂ ਨਹੀਂ ਵੇਖਿਆ ਹੋਣਾ ਵੀ ਇਲੈਕਸ਼ਨ ਕੈਂਪੇਨ ਦੇ ਵਿੱਚ ਕਿਸੇ ਵੀ ਪਾਰਟੀ ਦੇ ਵੱਡੇ ਆਗੂ ਨੇ, ਭਾਵੇਂ ਨੂਨ ਲੀਗ ਹੋਵੇ, ਤਹਿਰੀਕ ਇਨਸਾਫ ਹੋਵੇ, ਪੀਪਲਸ ਪਾਰਟੀ ਹੋਵੇ, ਜਿਨਨੇ ਇਹ ਕਿਹਾ ਹੋਇਆ ਕਿ ਅਸੀਂ ਭਾਰਤ ਨੂੰ ਨਸ਼ਟ ਕਰ ਦਿਆਂਗੇ, ਭਾਰਤ ਦੀ ਇੱਟ ਵਜਾ ਦਿਆਂਗੇ। ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਮੋਦੀ ਔਰ ਬੀਜੇਪੀ ਦੇ ਮੁਖਤਲਿਫ ਆਗੂ ਇਲੈਕਸ਼ਨ 'ਚ ਜਿਸ ਵੇਲੇ ਇਲੈਕਸ਼ਨ ਹੋਣ ਵਾਲੇ ਹੁੰਦੇ ਆ ਤਾਂ ਉਹਨਾਂ ਦੀ ਵੋਟ ਲੈਣ ਦਾ ਸਭ ਤੋਂ ਵੱਡਾ ਸਾਧਨ ਹੀ ਇਹ ਹੁੰਦਾ ਕਿ ਪਾਕਿਸਤਾਨ ਦੇ ਖਿਲਾਫ ਨਾਅਰੇ ਲਾਣਾ, ਫਿਰ ਮੁੰਬਈ ਅਟੈਕਸ ਦੀ ਗੱਲ ਕਰਨਾ। ਸੋ ਸਕਸੈਸਿਵ ਪਾਕਿਸਤਾਨੀ ਗਵਰਨਮੈਂਟਸ ਨੇ ਕੋਸ਼ਿਸ਼ ਕੀਤੀ ਹੈ ਕਿ ਭਾਰਤ ਦੇ ਨਾਲ ਜਿਹੜੇ ਮਸਲੇ ਹਨ ਪਾਕਿਸਤਾਨ ਦੇ ਉਹ ਹੱਲ ਹੋਣ, ਪਰ ਭਾਰਤ ਵੱਲ ਨੂੰ ਹਮੇਸ਼ਾ ਪਾਕਿਸਤਾਨ ਦੀ ਫੌਜ ਨੂੰ ਸਿਰਫ ਬਦਨਾਮ ਕਰਨ ਲਈ ਕਿਹਾ ਜਾਂਦਾ ਕਿ ਅਸਲ ਤਾਕਤ ਉਹਨਾਂ ਦੇ ਹੱਥ 'ਚ ਉਹ ਹੱਲ ਨਹੀਂ ਕਰਨਾ ਚਾਹੁੰਦੀ। ਹਾਲਾਂਕਿ ਪਾਕਿਸਤਾਨ ਦੇ ਹੀ ਫੌਜ ਦੇ ਹੀ ਆਗੂ ਪਰਵੇਜ਼ ਮੁਸ਼ਰਫ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਸਨ, ਜਿਹਨੂੰ ਮਨਮੋਹਨ ਸਿੰਘ ਨੇ ਖੁਦ ਮੰਨਿਆ ਹੈ ਕਿ ਉਹਨਾਂ ਦੇ ਜ਼ਮਾਨੇ 'ਚ ਅਗਰ ਉਹਨਾਂ ਦੀ ਹਕੂਮਤ ਰਹਿੰਦੀ ਕਸ਼ਮੀਰ ਦਾ ਮਸਲਾ ਹੱਲ ਹੋ ਸਕਦਾ ਸੀ। ਪਰ ਤੁਸੀਂ ਇਹ ਦੇਖੋ ਕਿ ਜਦੋਂ ਵੀ ਪਾਕਿਸਤਾਨ ਨੈਗੋਸੀਏਸ਼ਨ ਦੀ ਗੱਲ ਕਰਦਾ ਹੈ, ਪਿਛਲੇ ਕਈ ਸਾਲਾਂ ਤੋਂ ਭਾਰਤੀ ਸਰਕਾਰ ਸਿਰਫ ਮੁੰਬਈ ਅਟੈਕਸ ਦਾ ਰੋਣਾ ਰੋ ਕੇ ਉਹਨੂੰ ਪੂਰੇ ਦੇ ਪੂਰੇ ਜਿੰਨੇ ਵੀ ਡਾਇਲੌਗਸ ਨੇ ਉਹਨਾਂ ਨੂੰ ਖਤਮ ਕਰ ਦਿੰਦੀ ਹੈ। ਔਰ ਅਮਰੀਕਾ ਨੇ ਬਹੁਤ ਕੋਸ਼ਿਸ਼ ਕੀਤੀ 2007, 8, 9 'ਚ ਕਿ ਕਿਸ ਤਰ੍ਹਾਂ ਮਸਲੇ ਹੱਲ ਹੋਣ, ਪਰ ਭਾਰਤ ਦੇ ਮਫਾਜ ਨਹੀਂ ਹੈ ਕਿ ਉਹ ਪਾਕਿਸਤਾਨ ਨਾਲ ਆਪਣੇ ਮਸਲੇ ਹੱਲ ਕਰੇ, ਕਿਉਂਕਿ ਉੱਥੇ ਜਿਹੜੇ ਲੋਕ ਰਾਜ ਕਰਦੇ ਨੇ ਉਹ ਪਾਕਿਸਤਾਨ ਮੁਖਾਲਫ ਨਾਰੇ ਲਾ ਕੇ ਵੋਟ ਲੈਂਦੇ ਨੇ। ਪਾਕਿਸਤਾਨ ਦੇ ਵਿੱਚ ਕੋਈ ਸਿਆਸਤਦਾਨ ਭਾਰਤ ਮੁਖਾਲਫ ਨਾਰੇ ਲਾ ਕੇ ਵੋਟ ਨਹੀਂ ਲੈਂਦਾ। ਸੋ ਇਹ ਬੁਨਿਆਦੀ ਫਰਕ ਹੈ। ਇੱਕ ਗੱਲ ਜਿਹੜੀ ਮੈਂ ਇਮਰਾਨ ਖਾਨ ਤੋਂ ਐਕਸਪੈਕਟ ਕਰਦਾ ਹਾਂ ਕਿ ਜਿਹੜੀ ਪਿਛਲੀ ਸਰਕਾਰ ਸੀ ਨਵਾਜ਼ ਸ਼ਰੀਫ ਦੀ, ਉਸ ਸਰਕਾਰ ਦੇ ਵਿੱਚ ਇੱਕ ਅਜੀਬ ਜਿਹਾ ਰਵੱਈਆ ਸੀ। ਅਮਨ ਦੀ ਆਸ਼ਾ ਹਰ ਇੱਕ ਦੇ ਮਨ 'ਚ ਹੈ, ਪਾਕਿਸਤਾਨੀ ਵੀ ਅਮਨ ਚਾਹੁੰਦੇ ਨੇ, ਅਮਨ ਹੋਵੇ ਤੇ ਇਸ ਏਡੇ ਵੱਡੇ ਖਿੱਤੇ ਆ ਇੰਡੀਆ ਪਾਕਿਸਤਾਨ ਦੇ ਡਿਫੈਂਸ ਬਜਟ ਘੱਟ ਹੋਵੇ। ਇਹ ਲੋਕਾਂ ਨੂੰ ਉੱਥੇ ਖਾਣ ਲਈ ਅੱਜ ਰੋਟੀ ਨਹੀਂ ਆ, ਪਾਉਣ ਨੂੰ ਕੱਪੜਾ ਨਹੀਂ ਹੈ। ਦੁਸ਼ਮਣੀ ਤੋਂ ਦੋਵਾਂ ਮੁਲਕਾਂ ਨੇ ਕੁਛ ਨਹੀਂ ਖੱਟਿਆ, ਪਰ ਉਹਦੇ ਵਿੱਚ ਦੋਵਾਂ ਮੁਲਕਾਂ ਨੂੰ ਬਰਾਬਰੀ ਦੀ ਸਤਹ ਤੇ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੀ ਲੋੜ ਹੈ। ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਹੈ, ਇਹ ਮੁਲਕ ਚਲਾਉਣਾ ਹੈ, ਉਹਦੇ ਤੁਹਾਨੂੰ ਇੱਕ ਸਟ੍ਰੈਟੇਜਿਕ ਬੈਲੈਂਸ ਰੱਖਣਾ ਹੁੰਦਾ ਹੈ। ਨਵਾਜ਼ ਸ਼ਰੀਫ ਸਰਕਾਰ ਦਾ ਸਭ ਤੋਂ ਵੱਡਾ ਮਸਲਾ ਇਹ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਜ਼ਾਤੀ ਸੰਬੰਧ ਕੁਝ ਭਾਰਤੀ ਬਿਜ਼ਨਸਮੈਨਾਂ ਨਾਲ, ਜੰਦਾਲ ਵਗੈਰਾ ਨਾਲ, ਔਰ ਕੁਝ ਉੱਥੇ ਦੇ ਸਿਆਸਤਦਾਨਾਂ ਨਾਲ ਉਹਨਾਂ ਦੇ ਜਿਹੜੇ ਨਿੱਜੀ ਜਾਂ ਜ਼ਾਤੀ ਸੰਬੰਧ ਸਨ, ਉਹਨਾਂ ਨੇ ਪਾਕਿਸਤਾਨ ਦੀ ਪੋਲਿਟਿਕਸ ਨੂੰ ਡੋਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਡਾ ਜ਼ਾਤੀ ਸੰਬੰਧ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ, ਉੱਥੇ ਦੇ ਬਿਜ਼ਨਸਮੈਨਾਂ ਨਾਲ, ਉੱਥੇ ਦੇ ਲੋਕਾਂ ਨਾਲ ਚੰਗਾ ਹੋ ਸਕਦਾ ਹੈ, ਪਰ ਜਦ ਤੁਹਾਡੇ ਕੋਲ ਇੱਕ ਜ਼ਿੰਮੇਦਾਰੀ ਮੁਲਕ ਚਲਾਉਣ ਦੀ ਆਉਂਦੀ ਹੈ ਤੇ ਫਿਰ ਤੁਹਾਨੂੰ ਆਪਣੇ ਪਰਸਨਲ ਰਿਲੇਸ਼ਨਸ਼ਿਪ ਨੂੰ ਇੱਕ ਪਾਸੇ ਰੱਖ ਕੇ ਆਪਣੇ ਮੁਲਕ ਨੂੰ ਦਾ ਮਫਾਦ ਸੋਚਣਾ ਪੈਂਦਾ ਹੈ, ਜਿਹੜਾ ਕਿ ਬਹੁਤ ਹੱਦ ਤੱਕ ਨਵਾਜ਼ ਸ਼ਰੀਫ ਨੇ ਨਹੀਂ ਕੀਤਾ। ਉਹਨਾਂ ਨੇ ਕਸ਼ਮੀਰ ਦੇ ਮਸਲੇ ਤੇ ਖਾਮੋਸ਼ ਰਹੇ। ਪਾਕਿਸਤਾਨ 'ਚ ਇੰਨੀ ਦਹਿਸ਼ਤਗਰਦੀ ਹੋਈ, ਜਿਹੜੀ ਰੌ ਨੇ ਅਫਗਾਨਿਸਤਾਨ ਦੇ ਰਾਹੀਂ ਏਜੰਟ ਕਰਕੇ ਘੱਲ ਕੇ ਉੱਥੇ ਕੀਤੀ ਹੈ, ਬਲੋਚਿਸਤਾਨ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਅਜ਼ਾਬ ਤੋਂ ਗੁਜ਼ਰਿਆ ਹੈ ਦਹਿਸ਼ਤਗਰਦੀ ਦੇ, ਉੱਤੇ ਨਵਾਜ਼ ਸ਼ਰੀਫ ਹੁਕੂਮਤ ਖਾਮੋਸ਼ ਰਹੀ। ਇੱਥੇ ਤੱਕ ਕਿ ਜਦ ਮੋਦੀ ਨੇ ਇਹ ਸਰੇਆਮ ਮੰਨਿਆ ਕਿ ਬੰਗਲਾਦੇਸ਼ ਤੋੜਨ 'ਚ ਭਾਰਤ ਦਾ ਹੱਥ ਸੀ, ਉੱਤੇ ਨਵਾਜ਼ ਸ਼ਰੀਫ ਹੁਕੂਮਤ ਖਾਮੋਸ਼ ਰਹੀ। ਉਹ ਮੋਦੀ ਨੂੰ ਦੀ ਸੇਵਾ ਆਪਣੇ ਘਰ ਬੁਲਾ ਕੇ ਬਗੈਰ ਵੀਜ਼ਿਆਂ ਦੇ ਪੂਰੇ ਡੈਲੀਗੇਟਸ ਉੱਥੇ ਆ ਕੇ ਖਾਣੇ ਖਾ ਕੇ ਉਹਨਾਂ ਦੇ ਘਰ ਜਾਂਦੇ ਰਹੇ। ਔਰ ਕਿਉਂਕਿ ਬਿਜ਼ਨਸਮੈਨ ਨੇ, ਉਹਨਾਂ ਦੀ ਫੈਕਟਰੀਆਂ ਦੇ ਵਿੱਚ ਭਾਰਤੀ ਇੰਜੀਨੀਅਰ ਬਗੈਰ ਵੀਜ਼ੇ ਦੇ ਕੰਮ ਕਰਦੇ ਰਹੇ ਨੇ। ਇਸੇ ਤਰ੍ਹਾਂ ਹੀ ਉਹਨਾਂ ਦੇ ਬਹੁਤ ਸਾਰੇ ਸੰਬੰਧ ਭਾਰਤ ਦੇ ਬਿਜ਼ਨਸਮੈਨਾਂ ਨਾਲ ਰਹੇ ਨੇ ਮੁਖਤਲਿਫ ਸਮਿਆਂ 'ਚ। ਸੋ ਉਹਨਾਂ ਨੇ ਆਪਣੇ ਜ਼ਾਤੀ ਸੰਬੰਧ ਨੂੰ ਇਹਦੇ ਤੋਂ ਆਪੋਜ਼ਿਟ ਉਮੀਦ ਕਰਦੇ ਹੋ ਵੀ ਇਮਰਾਨ ਖਾਨ ਦੇ ਕੇਸ ਦੇ ਵਿੱਚ ਏਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਊਗੀ? ਦੇਖੋ, ਉਹਨਾਂ ਨੇ ਹੁਣ ਸਰਕਾਰ ਬਣਾਣੀ ਹੈ, ਉਹਦੇ ਬਾਅਦ ਤੇ ਪਤਾ ਚੱਲੇਗਾ। ਲੇਕਿਨ ਉਹਨਾਂ ਦੀ ਸਟੇਟਮੈਂਟ ਜਿਹੜੀ ਸੀ ਵਿਕਟਰੀ ਸਪੀਚ ਜਿਹਨੂੰ ਕਹਿ ਸਕਦੇ ਹੋ, ਬਹੁਤ ਬੈਲੈਂਸ ਸੀ, ਜਿਸ 'ਚ ਉਹਨਾਂ ਨੇ ਇੱਕ ਤਾਂ VIP ਕਲਚਰ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਕਿ ਉਹ ਜਿੰਨੇ ਇਹ ਵੱਡੀ ਮਾੜੀਆਂ ਨੇ ਪ੍ਰਾਈਮ ਮਿਨਿਸਟਰ ਹਾਊਸ ਔਰ ਗਵਰਨਰ ਹਾਊਸ, ਇਹਨਾਂ ਨੂੰ ਪਬਲਿਕ ਵਾਸਤੇ ਵਕਫ ਕਰਨਗੇ। ਟੈਕਸ ਨੈਟ ਦੀ ਗੱਲ ਕੀਤੀ ਹੈ ਵੀ ਟੈਕਸ ਲਾਉਣਗੇ। ਪਾਕਿਸਤਾਨ ਅਜਿਹਾ ਮੁਲਕ ਹੈ ਜਿਹਦੇ ਵਿੱਚ ਅਮੀਰ ਬੰਦਾ ਕੋਈ ਟੈਕਸ ਨਹੀਂ ਦਿੰਦਾ। ਹੁਣ ਦੇਖੋ, ਜਿੰਨੀਆਂ ਵੀ ਅਸੀਂ ਯੂਰਪ 'ਚ ਵਸਦੇ ਹਾਂ ਤੇ ਜਿੰਨੀਆਂ ਮਾਡਰਨ ਸਟੇਟਸ ਨੇ, ਇਹਨਾਂ ਸਾਰੀਆਂ 'ਚ ਟੈਕਸ ਨਾਲ ਹੀ ਲੋਕਾਂ ਦੀ ਵੈਲਫੇਅਰ ਹੁੰਦੀ ਹੈ। ਤੀਸਰੀ ਗੱਲ ਜਿਹੜੀ ਇਮਰਾਨ ਖਾਨ ਨੇ ਕੀਤੀ ਕਿ ਉਹ ਕਿਸੇ ਨੂੰ ਵੀ
ਜਿਹੜਾ ਹੈ ਇੰਤਕਾਮ ਦੀ ਸਿਆਸਤ ਦਾ ਨਿਸ਼ਾਨਾ ਨਹੀਂ ਬਣਾਉਣਗੇ, ਜੋ ਬਹੁਤ ਚੰਗੀ ਰਵਾਇਤ ਹੋਏਗੀ। ਮੈਂ ਓਵਰਆਲ ਸਮਝਦਾ ਹਾਂ ਕਿ ਪਾਕਿਸਤਾਨ ਦੇ ਲੋਕਾਂ ਦੀ ਜਿੱਤ ਇਸ ਵਾਸਤੇ ਹੈ ਕਿ ਪਾਕਿਸਤਾਨ ਦੇ ਲੋਕਾਂ ਨੇ ਜਿਹੜਾ ਡੈਮੋਕ੍ਰੇਸੀ ਦਾ ਸਿਸਟਮ ਹੈ ਉਹਨੂੰ ਚੱਲਦਾ ਰੱਖਿਆ ਹੈ, ਔਰ ਉਹਦੇ ਵਿੱਚ ਪਾਕਿਸਤਾਨ ਦੀ ਫੌਜ ਔਰ ਪਾਕਿਸਤਾਨ ਦੂਸਰੇ ਅਦਾਰਿਆਂ ਨੂੰ ਵੀ ਮੁਬਾਰਕਬਾਦ ਦੇਣੀ ਚਾਹੀਦੀ ਹੈ ਕਿ ਮੁਲਕ ਬਹੁਤ ਸਾਰੇ ਨਾਜ਼ੁਕ ਹਾਲਾਤਾਂ ਤੋਂ ਗੁਜ਼ਰਿਆ, ਜਿਸ ਕਈ ਲੋਕਾਂ ਨੇ ਕਈ ਵਾਰੀ ਕਿਹਾ ਕਿ ਮਾਰਸ਼ਲ ਲਾ ਦਿੱਤਾ ਜਾਏਗਾ, ਫੌਜ ਫਿਰ ਆ ਜਾਏਗੀ, ਲੇਕਿਨ ਪਾਕਿਸਤਾਨ ਦੀ ਫੌਜ ਸਮਝ ਗਈ ਹੈ ਕਿ ਰਾਜ ਕਰਨਾ ਉਹਨਾਂ ਦਾ ਹੱਕ ਨਹੀਂ ਹੈ, ਨਾ ਹੀ ਉਹਨੂੰ ਉਹਦੇ ਵਿੱਚ ਅਸਰਅੰਦਾਜ਼ੀ ਕਰਨੀ ਚਾਹੀਦੀ ਹੈ। ਇਸ ਵਾਸਤੇ ਪਾਕਿਸਤਾਨ ਦੀ ਫੌਜ ਨੇ ਜਿਹੜਾ ਹੈ ਉਹ ਸਪੋਰਟ ਕੀਤਾ ਹੈ ਇੱਕ ਫ੍ਰੀ ਔਰ ਫੇਅਰ ਇਲੈਕਸ਼ਨ ਨੂੰ, ਜਿਹਦੇ ਨਤੀਜੇ 'ਚ ਇਹ ਹੁਕੂਮਤ ਬਣੀ। ਤੁਸੀਂ ਇਹ ਦੇਖੋ ਕਿ ਇਹਦੇ ਤੋਂ ਭਾਰਤੀ ਆਵਾਮ ਔਰ ਪਾਕਿਸਤਾਨ ਦੇ ਨਾਲ ਜਿਹੜੇ ਉਹਦੇ ਹਮਸਾਏ ਮੁਲਕ ਨੇ ਉਹਨਾਂ ਨੂੰ ਇਹ ਸਬਕ ਜਾਂਦਾ ਹੈ ਕਿ ਪਾਕਿਸਤਾਨੀ ਆਵਾਮ ਜਿਹੜੀ ਹੈ ਉਹ ਬਹੁਤ ਬਾਸ਼ਊਰ ਆਵਾਮ ਹੈ। ਤੁਸੀਂ ਦੇਖੋ ਕਿ ਭਾਰਤ ਦੇ ਵਿੱਚ ਹੁਣ ਤੱਕ ਕੋਈ ਤੀਸਰੀ ਪਾਰਟੀ ਸਿਰ ਨਹੀਂ ਚੁੱਕ ਸਕੀ ਜਿਹੜੀ ਸੈਂਟਰ 'ਚ ਹੁਕੂਮਤ ਬਣਾ ਸਕੇ, ਜਾਂ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ। ਤੀਸਰੀ ਪਾਰਟੀ ਇੱਕ ਦੋ ਉੱਠੀਆਂ ਨੇ ਪਰ ਉਹ ਨੈਸ਼ਨਲ ਲੈਵਲ ਤੇ ਸਰਕਾਰਾਂ ਨਹੀਂ ਬਣਾ ਸਕੀਆਂ। ਪਾਕਿਸਤਾਨ ਦੀ ਆਵਾਮ ਦੇ ਵਿੱਚ ਇਹ ਸ਼ਾਉਰ ਜ਼ਰੂਰ ਹੈ। ਉਹਨਾਂ ਇੰਨੇ ਸਾਲ ਇਹ ਅਗਰ ਦੁੱਖ ਦਾ ਵਕਤ ਕੱਟਿਆ ਹੈ ਤਾਂ ਉਹਨਾਂ ਨੂੰ ਸ਼ਾਇਦ ਅਹਿਸਾਸ ਹੈ ਕਿ ਸਾਨੂੰ ਹੁਣ ਤਬਦੀਲੀ ਦੀ ਲੋੜ ਹੈ। ਔਰ ਇਸ ਇਲੈਕਸ਼ਨ ਤੁਸੀਂ ਇਹ ਦੇਖੋ ਕਿ ਸਭ ਤੋਂ ਜਿਹੜੀ ਚੀਜ਼ ਹੈ ਵੱਡੀ ਹੋਈ ਹੈ ਕਿ ਟ੍ਰੈਂਡ ਚੇਂਜ ਹੋਇਆ, ਪੈਟਰਨ ਚੇਂਜ ਹੋਇਆ, ਲੋਕ ਘਰੋਂ ਵੋਟ ਦੇਣ ਲਈ ਨਿਕਲੇ। ਉਹਦੀਆਂ ਦੋ ਤਿੰਨ ਵੱਡੀਆਂ ਮਿਸਾਲਾਂ ਨੇ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੋਈ ਨਹੀਂ ਸੀ ਸੋਚ ਸਕਦਾ ਕਿ ਤਹਿਰੀਕ ਇਨਸਾਫ ਸੂਬਾਈ ਅਸੈਂਬਲੀ ਦੀਆਂ, ਪ੍ਰੋਵਿੰਸ਼ੀਅਲ ਅਸੈਂਬਲੀਆਂ ਦੀਆਂ ਵੀ ਇੰਨੀਆਂ ਸੀਟਾਂ ਜਿੱਤ ਜਾਊਗੀ। ਨੂਨ ਲੀਗ ਨੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਜ਼ਿਲ੍ਹੇ ਨੇ, ਜਿਸ ਤਰ੍ਹਾਂ ਫੈਸਲਾਬਾਦ ਹੈ, ਰਾਵਲਪਿੰਡੀ ਹੈ, ਜੇਹਲਮ ਹੈ, ਇਹਨਾਂ ਨੂੰ ਟੇਕਨ ਫੋਰ ਗ੍ਰਾਂਟਿਡ ਰੱਖਿਆ ਸੀ ਵੀ ਇਹ ਤਾਂ ਸਾਡੇ ਮਜ਼ਬੂਤ ਗੜ੍ਹ ਨੇ, ਇੱਥੋਂ ਸਾਨੂੰ ਕੋਈ ਨਹੀਂ ਹਰਾ ਸਕਦਾ। ਉਹਨਾਂ ਸਾਰਿਆਂ 'ਚ ਉਹ ਹਾਰ ਗਏ ਹਨ। ਈਵਨ ਲਾਹੌਰ ਜਿੱਥੇ ਉਹਨਾਂ ਨੇ ਬਹੁਤ ਜ਼ਿਆਦਾ ਇਨਵੈਸਟ ਕੀਤਾ, ਜਿਸ ਸ਼ਹਿਰ ਨਾਲ ਮੇਰਾ ਵੀ ਤਾਲੁਕ ਹੈ, ਉੱਥੋਂ ਵੀ 4 ਸੀਟਾਂ ਨੈਸ਼ਨਲ ਅਸੈਂਬਲੀ ਦੀਆਂ ਜਿਹੜੀ ਹੈ ਤਹਿਰੀਕ ਇਨਸਾਫ ਜਿੱਤ ਗਈ ਹੈ। ਇੱਕ ਬਹੁਤ ਵੱਡਾ ਮੌਕਾ ਸੀ ਜਦ ਨੂਨ ਲੀਗ ਦੀ ਜਿਹੜੀ ਮੇਨ ਜਿਹੜੀ ਲੀਡਰਸ਼ਿਪ ਸੀ, ਨਵਾਜ਼ ਸ਼ਰੀਫ ਆਪਣੇ ਕਰਤੂਤਾਂ ਦੀ ਵਜ੍ਹਾ ਤੋਂ ਨਾਅਹਿਲ ਹੋਏ, ਤੇ ਉਹਨਾਂ ਕੋਲ ਇੱਕ ਬਹੁਤ ਵਧੀਆ ਮੌਕਾ ਸੀ ਕਿ ਉਹ ਇਸ ਪਾਰਟੀ ਨੂੰ ਬਚਾਉਂਦੇ। ਔਰ ਸਿਆਸਤ ਦੇ ਵਿੱਚ ਇਹ ਨਹੀਂ ਹੁੰਦਾ ਕਿ ਪਾਰਟੀ ਜਿਹੜੀ ਹੈ ਤੁਹਾਡੀ ਕੋਈ ਜ਼ਾਤੀ ਮਲਕੀਅਤ ਹੈ ਕਿ ਤੁਹਾਡੇ ਇਲਾਵਾ ਉਹਦਾ ਕੋਈ ਲੀਡਰ, ਔਰ ਤੁਹਾਡੇ ਭਰਾ, ਤੁਹਾਡੇ ਭਤਰੀਆਂ ਦੇ ਬਗੈਰ ਉਹਦਾ ਕੋਈ ਲੀਡਰ ਬਣ ਨਹੀਂ ਸਕਦਾ। ਅਗਰ ਇਹ ਡੈਮੋਕ੍ਰੇਸੀ ਹੈ ਤਾਂ ਫਿਰ ਡਿਕਟੇਟਰਸ਼ਿਪ ਕਿਹਨੂੰ ਕਹਿੰਦੇ ਨੇ ਕਿ ਤੁਸੀਂ, ਤੁਹਾਨੂੰ ਨਜ਼ਰ ਹੀ ਕੋਈ ਬੰਦਾ ਨਹੀਂ ਆਉਂਦਾ, ਇੰਨੇ ਸੀਜ਼ਨਡ ਪੋਲੀਟੀਸ਼ੀਅਨ ਤੁਹਾਡੀ ਪਾਰਟੀ 'ਚ ਨੇ, ਤੁਸੀਂ ਉਹਨਾਂ ਨੂੰ ਪਾਰਟੀ ਦਾ ਸਦਰ ਨਹੀਂ ਬਣਾ ਸਕਦੇ। ਤੁਸੀਂ ਫੈਸਲਾ ਕੀਤਾ ਹੋਇਆ ਕਿ ਸਿਆਸਤ ਨੂੰ ਆਪਣੇ ਘਰ ਤੋਂ ਬਾਹਰ ਨਿਕਲਣਾ। ਇੱਕ ਜਿਹੜਾ ਹੋਰ ਟ੍ਰੈਂਡ ਚੇਂਜ ਹੋਇਆ ਹੈ ਅਮਰਵੀਰ, ਉਹ ਇਹ ਹੈ ਕਿ ਪਾਕਿਸਤਾਨੀ ਆਵਾਮ ਜਿਹੜੀ ਹੈ ਉਹ ਬਹੁਤ ਹੀ ਸਾਦੀ ਸੀ ਕਿਸੇ ਜ਼ਮਾਨੇ 'ਚ, ਕਿ ਲੋਕ ਜਿਹੜੇ ਸਨ ਉਹ ਜਿਹਨੂੰ ਵਿਕਟਮਹੁੱਡ ਦਾ ਕਾਰਡ ਖੇਡਦੇ ਸਨ ਕਿ ਜੀ ਦੇਖੋ ਜੀ ਅਸੀਂ ਤਾਂ ਮਾਸੂਮ, ਅਸੀਂ ਤਾਂ ਜੀ ਵਿਕਟਮ ਬਣ ਗਏ ਆ, ਦੇਖੋ ਜੀ ਸਾਨੂੰ ਤਾਂ ਫੌਜ ਨੇ ਤੇ ਏਜੰਸੀਆਂ ਨੇ ਦਲੀਲ ਕਰਾ ਦਿੱਤਾ, ਤੇ ਲੋਕ ਉਸ ਪਾਰਟੀ ਨੂੰ ਵੋਟ ਦਿੰਦੇ ਸੀ। ਨਵਾਜ਼ ਸ਼ਰੀਫ ਨੇ ਵਿਕਟਮ ਹੋਣ ਦਾ ਕਾਰਡ ਪੂਰਾ ਖੇਡਣ ਦੀ ਕੋਸ਼ਿਸ਼ ਕੀਤੀ ਇਸ ਪੋਲੀਟਿਕਸ ਦੇ ਵਿੱਚ ਆ ਕੇ। ਇਸ ਇਲੈਕਸ਼ਨ ਦੀ ਪਹਿਲਾਂ ਉਹ ਲੰਦਨ ਗਏ, ਉੱਥੋਂ ਉਹਨਾਂ ਦੀ ਮਿਸਿਸ, ਰੱਬ ਉਹਨਾਂ ਨੂੰ ਸਿਹਤ ਬਖਸ਼ੇ, ਉਹ ਇਲਾਜ ਵਾਸਤੇ ਲੰਦਨ ਦੇ ਇੱਕ ਹਸਪਤਾਲ 'ਚ ਨੇ, ਤੇ ਉੱਥੋਂ ਆਪਣੀਆਂ ਫੋਟੋ ਮੀਡੀਆ ਚਲਵਾਉਂਦੇ ਰਹੇ ਕਿ ਦੇਖੋ ਜੀ ਕਿੱਡਾ ਸੰਕਟ ਹੈ ਇਸ ਲੀਡਰ ਤੇ, ਉਹਦੀ ਬੀਵੀ ਜਿਹੜੀ ਹੈ ਹਸਪਤਾਲ ਦੇ ਵੈਂਟੀਲੇਟਰ ਤੇ ਪਈ ਹੈ। ਫਿਰ ਉਹ ਆਪਣੀ ਧੀ ਸਮੇਤ ਪਾਕਿਸਤਾਨ ਆਏ, ਜੇਲ੍ਹ ਗਏ, ਕਿਹਾ ਜੀ ਮੈਂ ਆਮ ਕੈਦੀਆਂ ਦੀ ਤਰ੍ਹਾਂ ਜੇਲ੍ਹ 'ਚ ਰਵਾਂਗਾ। ਉਹਨਾਂ ਦਾ ਖਿਆਲ ਸੀ ਕਿ ਸ਼ਾਇਦ ਪਾਕਿਸਤਾਨ ਦੇ ਆਵਾਮ ਉਹ ਇੱਕ ਸਿੰਪਥੀ ਵੋਟ ਉਹਨਾਂ ਨੂੰ ਦੇਣਗੇ, ਔਰ ਵਿਕਟਮਹੁੱਡ ਦਾ ਕਾਰਡ ਖੇਡ ਕੇ ਔਰ ਪਾਕਿਸਤਾਨ ਦੇ ਜਿਹੜੇ ਅਦਾਰੇ ਨੇ ਉਹਨਾਂ ਨੂੰ ਕਮਜ਼ੋਰ ਕਰਕੇ, ਔਰ ਇੰਟਰਨੈਸ਼ਨਲੀ ਵੀ ਭਾਰਤੀ ਮੀਡੀਆ ਦੇ ਨੇ ਬੜਾ ਤਾਵਨ ਕੀਤਾ ਨਵਾਜ਼ ਸ਼ਰੀਫ ਦੇ ਨਾਲ, ਪਾਕਿਸਤਾਨ ਦੇ ਇਲੈਕਸ਼ਨ ਨੂੰ ਕੰਟਰੋਵਰਸ਼ਲ ਕਰਨ ਦੀ ਕੋਸ਼ਿਸ਼ ਕੀਤੀ। ਔਰ ਲੱਗਦਾ ਇਸ ਤਰ੍ਹਾਂ ਸੀ ਕਿ ਇਹ ਇਲੈਕਸ਼ਨ ਪਾਕਿਸਤਾਨ 'ਚ ਨਹੀਂ ਭਾਰਤ 'ਚ ਹੋ ਰਿਹਾ ਹੈ, ਔਰ ਨਵਾਜ਼ ਸ਼ਰੀਫ ਕੋਈ ਭਾਰਤ ਦੀ ਲੋਕ ਸਭਾ ਦਾ ਇਲੈਕਸ਼ਨ ਲੜ ਰਹੇ ਹਨ, ਔਰ ਉਹਨਾਂ ਦੀ ਪਾਰਟੀ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਾਸਤੇ ਕੰਟੈਸਟ ਨਹੀਂ ਕਰ ਰਹੀ ਬਲਕਿ ਭਾਰਤ ਦੀ ਲੋਕ ਸਭਾ ਲਈ ਕਰ ਰਹੀ ਹੈ। ਲੇਕਿਨ ਉਸ ਦਾ ਕੋਈ ਅਸਰ ਲੋਕਾਂ ਨੇ ਨਹੀਂ ਲਿਆ, ਕਿਉਂਕਿ ਲੋਕਾਂ ਨੇ ਇਸ ਪਾਰਟੀ ਨੂੰ ਬਾਰ-ਬਾਰ ਦੇਖਿਆ ਹੈ, ਇਹਨਾਂ ਦੀ ਸਿਆਸਤ ਨੂੰ ਦੇਖਿਆ ਹੈ, ਔਰ ਇਹਨਾਂ ਨੇ ਮਜ਼ਲੂਮ ਬਣਨ ਦੀ ਕੋਸ਼ਿਸ਼ ਪੂਰੀ ਕੀਤੀ ਹੈ। ਲੇਕਿਨ ਲੋਕਾਂ ਨੂੰ ਇਹ ਸਾਰਿਆਂ ਦੇ ਅਸਲ ਚਿਹਰੇ ਪਤਾ ਹਨ। ਇਹ ਇੱਕ ਹੋਰ ਬਹੁਤ ਜਿਹੜੀ ਅਹਿਮ ਤਬਦੀਲੀ ਹੈ ਇਸ ਇਲੈਕਸ਼ਨ 'ਚ, ਉਹ ਇਹ ਹੈ ਕਿ ਕੁਛ ਇਲੈਕਟੇਬਲਸ ਐਸੇ ਸਨ
ਜਿਨ੍ਹਾਂ ਦੇ ਬਾਰੇ ਸੋਚਿਆ ਜਾਂਦਾ ਸੀ ਕਿ ਉਹ ਤੇ ਹਾਰ ਹੀ ਨਹੀਂ ਸਕਦੇ, ਉਹਨਾਂ ਦੀਆਂ ਸੀਟਾਂ ਪੱਕੀਆਂ ਨੇ। ਜਿਸ ਤਰ੍ਹਾਂ ਮੌਲਾਨਾ ਫਜ਼ਲ ਰਹਿਮਾਨ ਜਿਹੜੇ ਇੱਕ ਕਟਰਪੰਥੀ ਮੌਲਵੀਆਂ ਦੇ ਲੀਡਰ ਹਨ, ਉਹਨਾਂ ਦੀ ਸੀਟਾਂ ਪੱਕੀਆਂ ਸਨ, ਉਹ ਆਪਣੀ 2 ਕੌਂਸਟੀਟੂਐਂਸੀਜ਼ ਨੂੰ ਹਾਰ ਗਏ ਨੇ। ਇਸ ਤਰ੍ਹਾਂ ਚੌਧਰੀ ਨਿਸਾਰ ਅਲੀ ਖਾਨ ਜਿਹੜੇ ਇੰਟੀਰੀਅਰ ਮਿਨਿਸਟਰ ਰਹੇ ਨਵਾਜ਼ ਸ਼ਰੀਫ ਦੀ ਗਵਰਨਮੈਂਟ ਤੋਂ ਦੇ ਵਿੱਚ ਔਰ ਨਾਰਾਜ਼ ਰਹੇ ਨਾਲ, ਉਹ ਬੜੇ ਉਹਨਾਂ ਦੀ ਸੀਟਾਂ ਪੱਕੀਆਂ ਸਨ, ਉਹ ਵੀ ਹਾਰ ਗਏ ਹਨ। ਯੂਸੁਫ ਰਜ਼ਾ ਗਿਲਾਨੀ ਦੇ ਬਾਰੇ ਵੀ ਮੈਂ ਸੁਣਿਆ ਵੀ ਉਹ ਵੀ ਜਿਹੜੇ ਫਾਰਮਰ ਪ੍ਰਾਈਮ ਮਿਨਿਸਟਰ ਨੇ, ਉਹ ਇਲੈਕਸ਼ਨ ਹਾਰੇ ਨੇ। ਇਸ ਤਰ੍ਹਾਂ ਜਿਹੜੇ ਹੁਣ ਸਿਟਿੰਗ ਪ੍ਰਾਈਮ ਮਿਨਿਸਟਰ ਸੀਗੇ ਇਲੈਕਸ਼ਨ ਤੋਂ ਪਹਿਲਾਂ ਅਬਾਸੀ ਸਾਹਿਬ, ਉਹ ਵੀ ਇਲੈਕਸ਼ਨ ਹਾਰ ਗਏ ਨੇ। ਇਸ ਤਰ੍ਹਾਂ ANP ਅਵਾਮੀ ਨੈਸ਼ਨਲ ਪਾਰਟੀ ਜਿਹੜੀ ਬਹੁਤ ਪੁਰਾਣੀ ਪਾਕਿਸਤਾਨ ਦੀ ਪਾਰਟੀ ਹੈ, ਸੂਬਾ ਸਰਹੱਦ ਤੋਂ ਜਾਂ ਖੈਬਰ ਪਖਤੂਨਖਵਾ ਤੋਂ, ਉਹਦੇ ਵੱਡੇ ਲੀਡਰ ਵੀ ਇਲੈਕਸ਼ਨ ਹਾਰ ਗਏ ਹਨ। ਪਾਕਿਸਤਾਨ ਦੇ ਅਵਾਮ ਨੇ ਇੱਕ ਭਾਰੀ ਮੈਂਡੇਟ ਜੋ ਸੀਟਾਂ 'ਚ ਬੇਸ਼ੱਕ ਇੱਕ ਸਵੀਪਿੰਗ ਉਸ ਤਰ੍ਹਾਂ ਦੀ ਇਸ ਵਕਤ ਉਹਨਾਂ ਨੂੰ ਇਤਿਹਾਦੀਆਂ ਦੇ ਨਾਲ ਮਿਲ ਕੇ ਹੁਕੂਮਤ ਬਣਾਉਣੀ ਪਏਗੀ, ਲੇਕਿਨ ਮੇਰਾ ਖਿਆਲ ਹੈ ਅਗਰ ਜ਼ੁਲਫਕਾਰ ਅਲੀ ਭੁੱਟੋ ਦੇ ਬਾਅਦ ਕੌਮ ਨੇ ਕਿਸੇ ਨੂੰ ਆਪਣਾ ਇਤਮਾਦ ਦਿੱਤਾ ਹੈ ਇੰਨੇ ਸਾਲਾਂ ਬਾਅਦ, ਤਾਂ ਉਹ ਇਮਰਾਨ ਖਾਨ ਨੂੰ ਦਿੱਤਾ ਹੈ। ਹੁਣ ਇਹ ਜ਼ਿੰਮੇਵਾਰੀ ਇਮਰਾਨ ਖਾਨ ਤੇ ਹੈ ਕਿ ਉਹ ਇਸ ਇਤਮਾਦ ਨੂੰ ਕੌਮ ਤੇ ਕਿਸ ਤਰ੍ਹਾਂ ਬਰਕਰਾਰ ਰੱਖਦੇ ਨੇ ਔਰ ਜਿਹੜੇ ਵਾਅਦੇ ਉਹਨਾਂ ਨੇ ਕੌਮ ਨਾਲ ਕੀਤੇ ਹਨ ਇਲੈਕਸ਼ਨ ਤੋਂ ਪਹਿਲਾਂ, ਇਲੈਕਸ਼ਨ ਦੇ ਬਾਅਦ, ਉਹਨੂੰ ਕਿਸ ਤਰ੍ਹਾਂ ਪੂਰਾ ਕਰਨਗੇ। ਮੇਰਾ ਖਿਆਲ ਹੈ ਉਹਨਾਂ ਦਾ ਸਭ ਤੋਂ ਵੱਡਾ ਚੈਲੰਜ ਅਮਰਵੀਰ ਇਹ ਹੋਏਗਾ ਕਿ ਉਹਨਾਂ ਦੀ ਪਾਰਟੀ 'ਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਸ਼ਾਮਲ ਹੋਏ ਹਨ ਜਿਹੜੇ ਪਹਿਲਾਂ ਦੇ ਕਨਵੈਨਸ਼ਨਲ ਪੋਲੀਟੀਸ਼ੀਅਨਸ ਨੇ, ਜਿਹੜੇ ਦੂਸਰੀਆਂ ਪਾਰਟੀਆਂ 'ਚ ਪਹਿਲਾਂ ਰਹੇ ਨੇ ਔਰ ਉਹਨਾਂ ਨੂੰ ਕੁਝ ਬੁਰੀਆਂ ਆਦਤਾਂ ਦੂਸਰੀਆਂ ਪਾਰਟੀਆਂ 'ਚ ਰਹਿਣ ਦੀ ਵਜ੍ਹਾ ਤੋਂ ਯਕੀਨਨ ਪਈਆਂ ਹੋਣਗੀਆਂ। ਉਹ ਆਪਣੀ ਪਾਰਟੀ ਦੇ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਕਨਵਿੰਸ ਕਰਦੇ ਨੇ ਕਿ ਪਾਕਿਸਤਾਨ ਜੇ ਅਸਾਂ ਨਵਾਂ ਬਣਾਉਣਾ ਹੈ ਤੇ ਉਹਦੇ ਵਾਸਤੇ ਸਾਨੂੰ ਆਪਣੀ ਹਰ ਚੀਜ਼ ਦਾ ਸਟਾਈਲ ਚੇਂਜ ਕਰਨਾ ਪਏਗਾ। ਬਹੁਤ ਵੱਡਾ ਚੈਲੰਜ ਹੈ। ਆਵਾਮ ਜੋ ਕਰ ਸਕਦੀ ਸੀ ਪਾਕਿਸਤਾਨ ਦੀ, ਉਹਨਾਂ ਨੇ ਕਰ ਦਿੱਤਾ ਹੈ ਕਿ ਉਹਨਾਂ ਨੇ ਇੱਕ ਚੰਗਾ ਮੈਂਡੇਟ ਦੇ ਕੇ ਉਹਨਾਂ ਨੂੰ ਜਿਹੜੀ ਪਾਕਿਸਤਾਨ ਦੀ ਪ੍ਰਾਈਮ ਮਿਨਿਸਟਰ ਹਾਊਸ ਹੈ ਉੱਥੇ ਤੱਕ ਕਰ ਦਿੱਤਾ ਹੈ। ਹੁਣ ਡਿਲੀਵਰੀ ਦਾ ਵਕਤ ਹੈ, ਸੋ ਦੇਖਦੇ ਹਾਂ ਕਿ ਉਹ ਕਿੰਨਾ ਕੁ ਡਿਲੀਵਰ ਕਰ ਪਾਉਣਗੇ। ਜੀ, ਤੁਹਾਨੂੰ ਲੱਗਦਾ ਹੈ ਕਿ ਜਿਹੜੇ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨਸ ਹੈਗੇ ਆ, ਇਹਦੇ ਵਿੱਚ ਕੋਈ ਫਰਕ ਆਵੇਗਾ? ਕਿਉਂਕਿ ਇਮਰਾਨ ਖਾਨ ਨੇ ਆਪਣੀ ਸਪੀਚ ਦੇ ਵਿੱਚ ਜ਼ਰੂਰ ਇਸ ਗੱਲ ਦਾ ਉਹ ਕੀਤਾ ਵੀ ਅਸੀਂ ਜਿਹੜੇ ਸੁਧਾਰਨ ਸੰਬੰਧ ਹੈਗੇ ਆ ਉਹਨਾਂ ਨੂੰ ਅਸੀਂ ਸੁਧਾਰਾਂਗੇ, ਪਰ ਭਾਰਤ ਦੇ ਮਾਹਰ ਵੀ ਤੇ ਉਹਨਾਂ ਦਾ ਜਿਹੜਾ ਮੀਡੀਆ ਹੈਗਾ ਉਹਦੇ ਵੱਲੋਂ ਵੀ ਇਸ ਗੱਲ ਨੂੰ ਇਨਕਾਰ ਕੀਤਾ ਗਿਆ, ਨਕਾਰਿਆ ਗਿਆ ਕਿ ਜੀ ਇਹ ਫੌਜ ਨੇ ਉਹ ਕੀਤਾ ਹੈ। ਧਾਂਦਲੀ ਦੀ ਗੱਲ, ਕੰਟਰੋਵਰਸੀ ਦੀ ਗੱਲ ਜਿਵੇਂ ਤੁਸੀਂ ਕੀਤੀ ਹੈ, ਇਹ ਸਾਰੇ ਪਾਰਟ ਨੂੰ ਦੇਖਦੇ ਤੁਹਾਨੂੰ ਲੱਗਦਾ ਵੀ ਇੰਡੀਆ ਪਾਕਿਸਤਾਨ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਉਹ ਮੁੜ ਸਥਾਪਿਤ ਹੋਣ ਦੀ ਉਹਦੀ ਕੋਈ ਉਮੀਦ ਹੈਗੀ ਹੈ? ਦੇਖੋ, ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ, ਲੱਗਦਾ ਇਸ ਤਰ੍ਹਾਂ ਸੀ ਕਿ ਨਵਾਜ਼ ਸ਼ਰੀਫ ਦਾ ਇਲੈਕਸ਼ਨ ਜਿਹੜਾ ਕੋਈ ਇੰਡੀਅਨ ਲੋਕ ਸਭਾ ਦਾ ਇਲੈਕਸ਼ਨ ਹੋਵੇ, ਕਿਉਂਕਿ ਇੰਡੀਅਨ ਮੀਡੀਆ ਦਾ ਇੰਡੀਆ ਦੀ ਸਰਕਾਰ ਦਾ ਫੇਵਰੇਟ ਕੈਂਡੀਡੇਟ ਤਾਂ ਨਵਾਜ਼ ਸ਼ਰੀਫ ਸੀ। ਉਹ ਇਲੈਕਸ਼ਨ ਤੋਂ ਬਹੁਤ ਪਹਿਲਾਂ ਹੀ ਇਹ ਕਹਿ ਰਹੇ ਸੀ ਰਿਗਿੰਗ ਹੋਏਗੀ, ਫਲਾਨ ਹੋਏਗਾ। ਫਿਰ ਕੰਟਰੋਵਰਸ਼ੀਅਲ ਸਟੇਟਮੈਂਟਸ ਇਲੈਕਸ਼ਨ ਦੇ ਦੌਰਾਨ ਜਿਸ ਵੇਲੇ, ਕਿਉਂਕਿ ਇਸ ਵਾਰ ਪਾਕਿਸਤਾਨ 'ਚ ਇਲੈਕਸ਼ਨ ਕਮਿਸ਼ਨ ਨੇ ਨਤੀਜੇ ਸੁਣਾਉਣ ਦਾ ਸਿਸਟਮ ਥੋੜਾ ਜਿਹਾ ਬਦਲਿਆ, ਉਹਨੂੰ ਕੰਪਿਊਟਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕੁਛ ਕਾਪਸ ਵੀ ਆਏ ਉਹਨੂੰ ਕੰਟਰੋਵਰਸ਼ੀਅਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਤੁਸੀਂ ਇਹ ਦੇਖੋ ਕਿ ਨਾਲ ਹੀ ਇਮਰਾਨ ਖਾਨ ਨੇ ਅੱਜ ਆਪਣੀ ਸਟੇਟਮੈਂਟ ਕਿਹਾ ਹੈ ਕਿ ਅਗਰ ਕਿਸੇ ਨੂੰ ਸ਼ੱਕ ਹੈ ਇਲੈਕਸ਼ਨ ਦੀ ਟ੍ਰਾਂਸਪੇਰੈਂਟ ਹੋਣ ਤੇ ਜਾਂ ਇਲੈਕਸ਼ਨ ਦੇ ਨਤੀਜਿਆਂ ਦੇ ਬਾਰੇ, ਤੇ ਅਸੀਂ ਇਹ ਪੂਰੀ ਖੁੱਲ੍ਹ ਹੈ ਕਿ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਾਈ ਜਾਏ। ਔਰ ਕਿੰਨੀਆਂ ਕੌਂਸਟੀਟੂਐਂਸੀ ਦੇ ਤੁਸੀਂ ਇਹਨੂੰ ਕੰਟਰੋਵਰਸ਼ੀਅਲ ਕਰ ਸਕਦੇ। ਜਿਹੜੀ ਭਾਰਤ ਤੇ ਪਾਕਿਸਤਾਨ ਦੇ ਸੰਬੰਧਾਂ ਦੀ ਗੱਲ ਹੈ, ਉਹ ਜਿਸ ਤਰ੍ਹਾਂ ਪਹਿਲਾਂ ਹੀ ਕਿਹਾ ਕਿ ਭਾਰਤ ਦੀ ਨੀਅਤ ਠੀਕ ਨਹੀਂ ਹੈ, ਨਾ ਹੀ ਉਹ ਇਹ ਕੰਮ ਕਰਨਾ ਚਾਹੁੰਦੇ ਨੇ, ਕਿਉਂਕਿ ਅਗਰ ਪਾਕਿਸਤਾਨ ਔਰ ਭਾਰਤ ਦਾ ਮਸਲੇ ਜਿਹੜੇ ਹਨ ਉਹ ਹੱਲ ਹੋ ਜਾਣ ਤੇ ਭਾਰਤ ਦੇ ਵਿੱਚ ਜਿਹੜੀ ਇਸ ਵੇਲੇ ਰਾਜ ਕਰਦੀ ਪਾਰਟੀ ਹੈ ਉਹਦੇ ਕੋਲ ਕਿਹੜਾ ਨਾਰਾ ਰਹਿ ਜਾਏਗਾ ਹਿੰਦੂਤਵੀ ਸਪੋਰਟਰਸ ਵਾਸਤੇ ਸਿਵਾਏ ਪਾਕਿਸਤਾਨ ਦੁਸ਼ਮਣੀ ਦੇ। ਔਰ ਅੱਜ ਤੱਕ ਉਹ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ, ਉਹ ਪਾਕਿਸਤਾਨ ਦੇ ਹਥਿਆਰਾਂ ਤੋਂ ਡਰਾਉਂਦੀ ਆਈ ਹੈ ਔਰ ਇੰਦਰਾ ਗਾਂਧੀ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਨੂੰ ਇੱਕ ਐਕਸਟਰਨਲ ਥ੍ਰੈਟ ਦੇ ਤੌਰ ਤੇ ਵਿਖਾ ਕੇ ਭਾਰਤ ਦੀ ਜਿਹੜਾ ਆਮ ਬੰਦਾ ਹੈ, ਸਾਦਾ ਬੰਦਾ ਹੈ, ਉਹਨੂੰ ਡਰਾਉਂਦੀ ਔਰ ਵੋਟ ਲੈਂਦੀ ਆਈ ਹੈ। ਔਰ ਬੀਜੇਪੀ ਤੇ ਹੈ, ਤੁਹਾਨੂੰ ਪਤਾ ਹੀ ਹੈ ਕਿ ਇਹਦੇ ਲੀਡਰ ਸਰੇਆਮ ਇਲੈਕਸ਼ਨ ਪਾਕਿਸਤਾਨ ਮੁਖਾਲਫ ਨਾਰੇ ਲਾ ਕੇ, ਪਾਕਿਸਤਾਨ ਤਬਾਹ ਕਰਨ ਦਾ, ਮੁਸਲਮਾਨਾਂ ਦੇ ਖਿਲਾਫ ਨਾਰੇ ਲਾ ਕੇ ਵੋਟ ਲੈਂਦੇ ਨੇ। ਪਾਕਿਸਤਾਨ ਦੇ ਆਵਾਮ ਨੂੰ ਇਸ ਚੀਜ਼ ਦਾ ਬਹੁਤ ਕ੍ਰੈਡਿਟ ਜਾਂਦਾ ਹੈ। ਪਾਕਿਸਤਾਨ ਦੇ ਵਿੱਚ ਕੋਈ ਬੰਦਾ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਦਾ। ਸੋ ਮੈਨੂੰ ਨਹੀਂ ਲੱਗਦਾ ਕਿ ਅਗਰ ਬੀਜੇਪੀ ਦੀ ਸਰਕਾਰ ਰਹਿੰਦੀ ਹੈ ਉੱਥੇ ਆਉਣ ਵਾਲੇ, ਕਿਉਂਕਿ ਹੁਣ ਭਾਰਤ 'ਚ ਵੀ ਇਲੈਕਸ਼ਨ ਹੋਣ ਵਾਲੇ ਨੇ, ਤੇ ਅਗਰ ਬੀਜੇਪੀ ਦੀ ਸਰਕਾਰ ਆਉਣ ਵਾਲੇ ਸਮੇਂ 'ਚ ਰਹਿੰਦੀ ਹੈ
ਤੇ ਕੋਈ पेशरफ्त होएगी पाकिस्तान भारत ताल्लुकात क्योंकि देखो इंटरनेशनली ताल्लुकात दो मुल्कां दे उस वे चंगे हो सकते हैं संबंध जिस वे दोवां मुल्कां च सिंसियरिटी होवे और दोवें इस चीज को समझदे होण। बहरहाल इस समय दोवां मुल्कां नूं ये समझना चाहिए है कि दुनिया तो सबक सीखण जिहड़े इन्हां दे कंट्रोवर्शियल इशूज ने उन्हां नूं रिजोल्व करन और अगर लोकां दी भलाई चाहिदी है ते नफरत दे नारे और एक दूसरे ने तहस नहस करन दे नारे जिहड़े ने उतों भारत जिहड़ा है और उत्थे दी सियासत जिहड़ी है वो छड्ड देवे और पाकिस्तान अगर उन्होंने इतना ही माड़ा लगता है हमसाए के तौर पर फिर 2-4 नवे हमसाए दरम्यान च बना देन 2-4 बफर स्टेट्स बना देन खालिस्तान बना देन और इस तरह जिहड़ा है कश्मीर नूं आजाद कर देन तो ताकि जे उन्होंने गुआढ़ी इतना ही माड़ा लगता पाकिस्तान के तौर पर तो नवे गुआढ़ी बना लैन ताकि उन्होंने पाकिस्तान बॉर्डर जिहड़े हैं वो वखरे हो जाण। जी बिल्कुल डॉक्टर चीमा तुहाडा बहुत बहुत धन्नवाद तुसीं अपना समा कढिया ते साडे नाल सारे इशू ते विचारां दी सांझ पाई है। अज दे शो दे विच इत्थे ही तुहाडे कोलों इजाजत चाहांगे जी। बहुत बहुत धन्नवाद तुहाडा। वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह। व्यूअर्स उम्मीद करते हैं कि जी अज की साडी गलबात सी यूके तो डॉक्टर इकतदार करामत चीमा दे नाल वो तुहानूं जरूर पसंद आई होगी। सो पाकिस्तान दे विच जिहड़ी यह नवीं डिवेलपमेंट सामने आई है इहदे विच आउण वाले समय दे विच किधर नूं गल जांदी है या इमरान खान दीयां जिहड़ियां पॉलिसीज़ हैगियां ने भावें वो भारत दे नाल रिलेशनस की गल होवे कश्मीर की गल होवे या सिखां दे जिहड़े उत्थे बशिंदे हैगे आ या हिस्टोरिकल जिहड़े गुरुद्वारा साहिबान हैगे आ उन्हां दी सेवा संभाल दी लाइन जदों असीं ओवरऑल सारे पार्ट नूं देखते हैं तो आउण वाला समा ही दसेगा कि जिहड़ियां नीतियां ने ਉਹ उन्हां दे विच किन्ना कुछ बदलाव आउंदा है। पर असीं कोशिश करांगे कि इस प्लेटफॉर्म तो जिन्नी कुछ जानकारी असीं तुहाडे तक पहुंचदी कर सकदे हां असीं ਉਹ ਕਰੀਏ। सो ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।